ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਰਿੜਕਾ ਅਜੇ ਤੱਕ ਜਾਰੀ ਹੈ। ਇਹ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਜੋ ਕੇਂਦਰ ਸਰਕਾਰ ਨੇ ਤਜਵੀਜ਼ਾਂ ਯਾਨੀ ਜੋ ਪ੍ਰਪੋਜ਼ਲ ਕਿਸਾਨ ਆਗੂਆਂ ਦੇ ਅੱਗੇ ਰੱਖਿਆ ਸੀਗਾ ਉਹਨਾਂ ਨੂੰ ਕਿਸਾਨਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜੇ ਉਹਨਾਂ ਨੂੰ ਇਹ ਪ੍ਰਪੋਜ਼ਲ ਦੇ ਰਹੀ ਹੈ ਕਿ 1.5 ਸਾਲ ਤੱਕ ਇਹ ਤਿੰਨੋਂ ਕਾਨੂੰਨ ਜਿਹੜੇ ਹੈ ਉਹ ਅਸੀਂ ਮੁਲਤਵੀ ਕਰ ਦਾਂਗੇ। 1.5 ਸਾਲ ਤੱਕ ਕੇਂਦਰ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਲੇ ਬੈਠਕਾਂ ਦਾ ਦੌਰ ਜਿਹੜਾ ਹੈ ਉਹ ਆਰੰਭਿਆ ਜਾਏਗਾ, ਕਿਸੇ ਇੱਕ ਨਤੀਜੇ ਤੱਕ ਪਹੁੰਚਿਆ ਜਾਏਗਾ ਤੇ ਉਸ ਤੋਂ ਬਾਅਦ ਹੀ ਜਾ ਕੇ ਅਗਲਾ ਡਿਸੀਜਨ ਹੈ ਜਿਹੜਾ ਉਹ ਲਿਆ ਜਾਏਗਾ। ਇਹ ਜਿਹੜਾ ਕਹਿਣਾ ਸੀਗਾ ਇਹ ਬੀਤੇ ਦਿਨੀ ਹੋਈ ਬੈਠਕ ਦੇ ਵਿੱਚ ਡਿਸੀਜਨ ਲਿੱਤਾ ਗਿਆ ਸੀਗਾ ਜਿਸ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਬੈਠਕ ਕੀਤੀ ਗਈ ਤੇ ਬੈਠਕ ਤੋਂ ਬਾਅਦ ਡਿਸੀਜਨ ਲਿੱਤਾ ਗਿਆ ਕਿ ਇਹ 1.5 ਸਾਲ ਦਾ ਜਿਹੜਾ ਵਕਫਾ ਹੈਗਾ ਜਿਹੜੇ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਦੇ ਰਹੀ ਹੈ ਉਹ ਜਿਹੜਾ ਹੈਗਾ ਢੁਕਵਾਂ ਨਹੀਂ ਹੈ। ਲਿਹਾਜ਼ਾ ਤਿੰਨੋਂ ਕਾਨੂੰਨ ਜਿਹੜੇ ਆ ਰੱਦ ਹੋਣੇ ਚਾਹੀਦੇ ਹੈ। ਇਹ ਡਿਸੀਜਨ ਜਿਹੜਾ ਹੈਗਾ ਇਹ ਕਿਸਾਨ ਜਥੇਬੰਦੀਆਂ ਨੇ ਲਿੱਤਾ ਹੈ ਤੇ ਬਹੁਤ ਹੀ ਵੱਡੀ ਅਤੇ ਅਹਿਮ ਖਬਰ ਹੈਗੀ ਹੈ। ਹੁਣ ਇਸ ਨੂੰ ਜਾਣਨ ਦੀ ਇਹ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਤੋਂ ਹੁਣ ਭਾਵ ਕੀ ਹੈਗਾ। ਕੇਂਦਰ ਸਰਕਾਰ ਨੇ ਅਗਰ 1.5 ਸਾਲ ਦਾ ਸਮਾਂ ਕਿਹਾ ਸੀਗਾ ਕਿ 1.5 ਸਾਲ ਤੱਕ ਇਹ ਜਿਹੜੇ ਕੇਂਦਰੀ 3 ਖੇਤੀਬਾੜੀ ਦੇ ਕਾਨੂੰਨ ਨੇ ਉਹਨਾਂ ਨੂੰ ਅਸੀਂ ਮੁਲਤਵੀ ਕਰ ਦਈਏ ਯਾਨੀ ਸਸਪੈਂਡ ਕਰ ਦਈਏ ਤਾਂ ਉਸ ਤੋਂ ਬਾਅਦ ਜਾ ਕੇ ਆਪਾਂ ਦੇਖਾਂਗੇ ਕਿ ਕੀ 1.5 ਸਾਲ ਤੱਕ ਕੋਈ ਆਪਸ ਚ ਗੱਲਬਾਤ ਕਰਕੇ ਹੱਲ ਨਿਕਲਦਾ, ਕਿਸੇ ਪਾਸੇ ਨੂੰ ਗੱਲ ਨਿਬੜਦੀ ਹੈ। ਪਰ ਅਜਿਹਾ ਨਾ ਹੋਣ ਦੀ ਸੂਰਤ ਚ ਹੁਣ ਕੀ ਹੋਏਗਾ। ਇੱਕ ਪਾਸੇ ਤਾਂ ਮਾਮਲਾ ਕੇਂਦਰ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਬਰੂਹਾਂ ਤੇ ਪਹੁੰਚਿਆ ਹੋਇਆ ਤੇ ਘੁੰਮ ਰਿਹਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਮਾਮਲਾ ਜਿਹੜਾ ਹੈ ਸੁਪਰੀਮ ਕੋਰਟ 'ਚ ਨਹੀਂ ਲਿਆਇਆ ਗਿਆ ਤੇ ਉਹ ਨਾ ਹੀ ਪਾਰਟੀ ਹੈਗੀਆਂ। ਪਰ ਕੇਂਦਰ ਸਰਕਾਰ ਦੇ ਜਿਸ ਤਰੀਕੇ ਦੇ ਨਾਲ ਫੈਸਲੇ ਆਏ, ਟਿੱਪਣੀਆਂ ਆਈਆਂ, ਕਿਸਾਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਉਹਨਾਂ ਨੇ ਬਣਾ ਲਿਆ। ਹੁਣ ਜਾਣਨ ਦੀ ਇਹ ਲੋੜ ਹੈਗੀ ਹੈ ਕਿ ਅੱਗੇ ਕੀ ਹੋਏਗਾ। ਸਵਾਗਤ ਹੈ ਦੋਸਤੋ, ਮੈਂ ਹਾਂ ਗੌਰਵ ਵਾਲੀਆ, ਤੁਸੀਂ ਵੇਖ ਰਹੇ ਹੋ ਕਲੀਅਰ ਕੱਟ। ਗੱਲ ਇਹ ਕਰ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਜਿਹੜਾ ਡਿਸੀਜਨ ਲਿੱਤਾ ਹੈ ਕਿ ਕੇਂਦਰ ਨੇ ਜੋ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਸੀਗਾ ਉਹਨਾਂ ਨੂੰ ਮੰਨਿਆ ਜਾਏ ਜਾਂ ਨਾ ਮੰਨਿਆ ਜਾਏ। ਸੋ ਕਿਸਾਨਾਂ ਨੇ ਉਹਨਾਂ ਨੂੰ ਖਾਰਜ ਕਰ ਦਿੱਤਾ। ਯਾਨੀ ਜਿਹੜੇ 3 ਖੇਤੀ ਕਾਨੂੰਨ ਹੈ ਉਹਨਾਂ ਨੂੰ ਰੱਦ ਕਰਾਏ ਬਿਨਾ ਹੋਰ ਕੋਈ ਵੀ ਚਾਰਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਨਹੀਂ ਹੈ ਕਿਉਂਕਿ ਇਸ ਦੇ ਨਾਲ ਕਿਸਾਨੀ ਬਚਦੀ ਹੈ, ਨੌਜਵਾਨੀ ਬਚਦੀ ਹੈ ਤੇ ਆਉਣ ਵਾਲੀ ਸਾਡੀ ਜਨਰੇਸ਼ਨਾਂ, ਸਾਡੀ ਪੀੜ੍ਹੀਆਂ ਬਚਦੀਆਂ। ਹੁਣ ਕੀ ਹੋਏਗਾ? ਤੁਹਾਡੇ ਮਨਾਂ ਦੇ ਵਿੱਚ ਵੀ ਸਵਾਲ ਖੜਾ ਹੋ ਰਿਹਾ ਹੋਏਗਾ ਕਿ ਹੁਣ ਅੱਗੇ ਕੀ। ਇਹ ਬਹੁਤ ਵੱਡਾ ਸਵਾਲ ਹੈਗਾ ਤੇ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ ਸੀਗਾ, ਸਭ ਤੋਂ ਪਹਿਲਾਂ ਤਾਂ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਸ ਨੂੰ ਕਾਮਯਾਬ ਕੀਤਾ ਜਾਏ। ਉਸ ਦੇ ਨਾਲ ਹੀ ਕਿਤੇ ਨਾ ਕਿਤੇ ਕੇਂਦਰ ਦੇ ਕੰਨਾਂ ਤੱਕ ਤੇ ਕੇਂਦਰ ਦੇ ਦਿਮਾਗ ਤੱਕ ਇਹ ਗੱਲ ਪਹੁੰਚਾਈ ਜਾਏ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਉਹ ਕਿਸੇ 1, 2 ਜਾਂ 3 ਸੂਬੇ ਦੀਆਂ ਨਹੀਂ ਹੈਗੀਆਂ। ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਨੇ, ਮੁਲਕ ਭਰ ਦੇ ਕਿਸਾਨ ਨੇ ਜਿਹੜੇ ਸੜਕਾਂ ਤੇ ਉਤਰ ਕੇ ਵਿਰੋਧ ਕਰ ਰਹੇ ਨੇ। ਉਹ ਵੱਖਰੀ ਗੱਲ ਹੈ ਕਿ ਇਹ ਪ੍ਰਦਰਸ਼ਨ ਜਿਹੜਾ ਹੈਗਾ ਨੈਸ਼ਨਲ ਮੀਡੀਆ ਤੇ ਉਸ ਤਰਜ਼ ਦੇ ਉੱਪਰ ਦਿਖਾਇਆ ਨਹੀਂ ਜਾ ਰਿਹਾ ਤੇ ਇਸੇ ਕਰਕੇ ਸਰਕਾਰ ਇਹ ਕਹਿ ਰਹੀ ਹੈ ਕਿ ਕੁਝ ਇੱਕ ਸੂਬਿਆਂ ਦੇ ਕਿਸਾਨ ਜਿਹੜੇ ਨੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ। ਦੂਜੇ ਪਾਸੇ ਬਹੁਤ ਗਿਣਤੀ ਕਿਸਾਨ ਜਿਹੜੇ ਨੇ ਇਹਨਾਂ ਧਰਨੇ ਪ੍ਰਦਰਸ਼ਨਾਂ 'ਚ ਆਉਣਾ ਚਾਹੁੰਦੇ ਨੇ, ਘਰਾਂ ਤੋਂ ਬਾਹਰ ਨਿਕਲਦੇ ਨੇ ਪਰ ਰਿਪੋਰਟਾਂ ਅਜਿਹੀਆਂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਉੱਥੇ ਦੀ ਸਥਾਨਕ ਪੁਲਿਸ ਦੇ ਵੱਲੋਂ ਡੱਕਿਆ ਗਿਆ, ਉਹਨਾਂ ਨੂੰ ਨੋਟਿਸ ਭੇਜਿਆ ਗਿਆ ਜਿਵੇਂ ਪੰਜਾਬ ਦੇ ਵਿੱਚ NIA ਦੇ ਵੱਲੋਂ ਨੋਟਿਸ ਭੇਜੇ ਗਏ ਸੀਗੇ। ਲਿਹਾਜ਼ਾ ਹੁਣ ਆਪਾਂ ਇਸ ਤੋਂ ਕੀ ਸਮਝੀਏ ਕਿ ਆਖਿਰ ਇੱਥੇ ਹੋ ਕੀ ਰਿਹਾ, ਇਹ ਕਿਸ ਤਰੀਕੇ ਦਾ ਮਾਮਲਾ ਜਿਹੜਾ ਹੈਗਾ ਹੁਣ ਸਾਡੇ ਸਾਹਮਣੇ ਆ ਗਿਆ। ਇੱਥੋਂ ਹੁਣ ਅਸੀਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਲੀਅਰ ਕੱਟ ਦੇ ਵਿੱਚ 2-3 ਜਿਹੜੇ ਆਪਸ਼ਨਾਂ ਸਾਫ਼ ਤੌਰ ਦੇ ਉੱਪਰ ਦਿਖਾਈ ਦੇ ਰਹੀਆਂ ਜਿਸ ਦੇ ਉੱਪਰ ਆਪਾਂ ਚਰਚਾ ਕਰਾਂਗੇ। ਪਹਿਲੀ, ਕਿਸਾਨ ਜਥੇਬੰਦੀਆਂ ਦੀ ਹੁਣ ਅਗਲੇ ਦੌਰ ਦੀ ਜਿਹੜੀ ਬੈਠਕ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਡਿਸੀਜਨ ਸਾਹਮਣੇ ਆ ਸਕਦਾ ਹੈ। ਕਿਸਾਨ ਜਥੇਬੰਦੀਆਂ ਆਪਣੇ ਵੱਲੋਂ ਪਹਿਲੇ ਤੌਰ ਤੇ ਤਾਂ ਕਹਿਣਗੀਆਂ ਕਿ ਇਹ ਜਿਹੜੇ ਤਿੰਨੋਂ ਕਾਨੂੰਨ ਹੈ ਰੱਦ ਕੀਤੇ ਜਾਣ। ਸਰਕਾਰ ਦੇ ਉੱਪਰ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਰਕਾਰ ਕਿਉਂਕਿ ਇੱਥੇ ਥੋੜੀ ਜਿਹੀ ਢਿੱਲੀ ਯਾਨੀ ਨਰਮ ਪਈ ਹੈ, 1.5 ਸਾਲ ਦਾ ਟਾਈਮ ਦੇ ਦਿੱਤਾ। ਇਹ ਹੋ ਸਕਦਾ ਹੈ, ਇੱਕ ਆਪਸ਼ਨ ਹੋ ਸਕਦੀ ਹੈ ਕਿ ਰਹਿੰਦਾ ਸਮਾਂ ਜਿਹੜਾ ਇਸ ਸਰਕਾਰ ਦਾ ਹੈਗਾ ਯਾਨੀ 2024 ਤੱਕ 2021 ਚ ਅਸੀਂ ਆ ਗਏ ਹਾਂ ਯਾਨੀ ਅਗਲੇ ਪੂਰੇ 4 ਸਾਲ ਜਿਹੜੇ ਹੈ ਇਹ ਜਿਹੜੇ ਖੇਤੀ ਕਾਨੂੰਨ ਹੈਗੇ ਆ ਮੁਲਤਵੀ ਰਹਿਣ। 1.5 ਸਾਲ ਸਰਕਾਰ ਰਾਜ਼ੀ ਹੈ, 2.5 ਸਾਲ ਹੋਰ ਮਨਾਣਾ ਯਾਨੀ 4 ਸਾਲ ਹੋ ਗਏ। 4 ਸਾਲ ਜੇ ਮੌਜੂਦਾ ਸਰਕਾਰ ਆਪਣੇ ਖੇਤੀ ਕਾਨੂੰਨਾਂ ਨੂੰ ਮੁਲਤਵੀ ਕਰਦੀ ਹੈ ਤੇ ਉਹ ਵੀ ਇੱਕ ਤਰ੍ਹਾਂ ਦੀ ਕਿਸਾਨਾਂ ਦੀ ਜਿੱਤ ਹੋਏਗੀ ਕਿਉਂਕਿ ਅਗਲੀ ਸਰਕਾਰ ਕਿੰਨੇ ਦੇਖੀ ਹੈ, ਕੌਣ ਆਏਗਾ, ਹਾਲਾਤ ਕਿੱਦਾਂ ਦੇ ਹੋਣਗੇ, ਬਹੁਤ ਲੰਮਾ ਵੇਲਾ ਹੈਗਾ, ਇੱਕ ਲੰਮਾ ਪੈਂਡਾ ਹੈਗਾ ਜਾਣ ਦਾ ਤੇ ਇਹ ਇੱਕ ਵੱਡਾ ਆਪਸ਼ਨ ਹੋ ਸਕਦਾ ਹੈ, ਵਿਕਲਪ ਹੋ ਸਕਦਾ ਹੈ। ਦੂਜੇ ਪਾਸੇ ਅਗਰ ਸਰਕਾਰ ਨਹੀਂ ਮੰਨਦੀ
ਤੇ ਅਗਲੀ ਬੈਠਕ ਦੇ ਵਿੱਚ ਇਹ 1.5 ਸਾਲ ਦੀ ਮਿਆਦ 2 ਸਾਲ ਜਾਂ 2.5 ਸਾਲ ਦੀ ਲੈ ਆਂਦੀ ਹੈ। ਕਿਤੇ ਨਾ ਕਿਤੇ ਉਸ ਦੇ ਉੱਪਰ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਗੌਰ ਫਰਮਾ ਸਕਦੀਆਂ, ਪਰ ਜੇ ਉਸ ਦੇ ਉੱਪਰ ਵੀ ਨਹੀਂ ਮਨਾਉਂਦੀਆਂ, ਗੌਰ ਨਹੀਂ ਫਰਮਾਉਂਦੀਆਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਾਮਲਾ ਹੋਰ ਲੰਮਾ ਖਿੱਚ ਸਕਦਾ। ਪਰ ਉਸ ਤੋਂ ਪਹਿਲਾਂ ਗੱਲ ਆ ਜਾਏਗੀ 26 ਜਨਵਰੀ ਦੀ। ਸਰਕਾਰ ਇਸ 26 ਜਨਵਰੀ ਦੇ ਕਿਸਾਨ ਪਰੇਡ ਜਿਹੜਾ ਕਿ ਦਿੱਲੀ ਦੇ ਵਿੱਚੋਂ ਕੱਢਣ ਦੇ ਲਈ ਅਡਿੱਗ ਹੋਏ ਨੇ, ਬਜ਼ਿੱਦ ਨੇ, ਉਸ ਨੂੰ ਟਾਲਣਾ ਚਾਹੁੰਦੀ ਹੈ ਕਿ ਕਿਸਾਨ ਜਿਹੜੇ ਨੇ ਲਾਈਮਲਾਈਟ ਨਾ ਲੈ ਜਾਣ, ਕਿਸਾਨ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ ਹੀਰੋ ਨਾ ਬਣ ਜਾਣ। ਇੱਕ ਸਿੰਪਥੀ ਫੈਕਟਰ ਤਾਂ ਪਹਿਲਾਂ ਹੀ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਦਿਖਾਈ ਦੇ ਰਿਹਾ ਹੈ। ਲਿਹਾਜ਼ਾ 26 ਜਨਵਰੀ ਨੂੰ ਜਦੋਂ ਕਿ ਗਣਤੰਤਰ ਦਿਹਾੜਾ ਹੁੰਦਾ ਹੈ, ਉਸ ਦਿਨ ਜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਕਿਸਾਨ ਪਰੇਡ ਦਿੱਲੀ ਦੇ ਵਿੱਚ ਜੇ ਕੱਢੀ ਗਈ ਆਊਟਰ ਰਿੰਗ ਰੋਡ ਤੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਵਾਲੇ ਲੋਕ, ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕ, ਉਹਨਾਂ ਦੇ ਵਿੱਚ ਇੱਕ ਮੈਸੇਜ ਜਾਏਗਾ। ਤੇ ਜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਪਰੇਡ ਜਿਹੜੀ ਹੈ ਅਗਰ ਪੀਸਫੁਲ ਨਿਕਾਲ ਲਿੱਤੀ ਜਾਂਦੀ ਹੈ ਤੇ ਕਾਮਯਾਬ ਰਹਿੰਦੀ ਹੈ, ਤੇ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਬਣੇਗਾ। ਇਸ ਪ੍ਰੈਸ਼ਰ ਨੂੰ ਹੀ ਕਿਤੇ ਨਾ ਕਿਤੇ ਘਟਾਉਣ ਦੇ ਲਈ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਤੇ 1.5 ਸਾਲ ਵਰਗਾ ਫਾਰਮੂਲਾ ਲੈ ਕੇ ਆਈ ਸੀ। ਹੁਣ ਕਿਸਾਨ ਜਥੇਬੰਦੀਆਂ ਦੇ ਉੱਪਰ ਇਹ ਦਬਾਅ ਹੈਗਾ ਕਿ ਉਹ ਆਖਿਰ ਕੀ ਕਰਨ। 1.5 ਸਾਲ ਤੱਕ ਉਹਨਾਂ ਨੇ 1.5 ਸਾਲ ਤੱਕ ਸਰਕਾਰ ਨੂੰ ਖਿਸਕਾਤਾ, ਪਿੱਛੇ ਲੈ ਗਏ ਨੇ। ਹੁਣ ਜਿਹੜੀ ਰਹਿੰਦਾ ਸਮਾਂ ਹੈ ਸਰਕਾਰ ਦਾ, ਯਾਨੀ ਹੋਰ 2.5 ਸਾਲ, ਉਸ ਤੋਂ ਵੀ ਪਿੱਛੇ ਲੈ ਜਾਣਾ ਹੈਗਾ, ਤੇ ਕਿਸ ਤਰੀਕੇ ਨਾਲ ਲਿਜਾਇਆ ਜਾਏਗਾ ਇਸ ਦੇ ਉੱਪਰ ਵੀ ਚਰਚਾ ਕਰਾਂਗੇ। ਪਰ ਪਹਿਲਾਂ ਜਿਹੜਾ 26 ਵਾਲਾ ਪਲਾਨ ਹੈਗਾ, ਜਿਹੜਾ ਇੱਕ ਵੱਡੀ ਸਟ੍ਰੈਟੇਜੀ ਬਣਾਈ ਹੈ ਕਿਸਾਨ ਜਥੇਬੰਦੀਆਂ ਨੇ, ਉਸ ਨੂੰ ਕਿਤੇ ਨਾ ਕਿਤੇ ਕਾਮਯਾਬ ਕਰਨਾ ਇੱਕ ਬੜੀ ਵੱਡੀ ਚੁਣੌਤੀ ਹੈਗੀ ਹੈ, ਕਿਉਂਕਿ ਦਿੱਲੀ ਦੀ ਜਿਹੜੀ ਪੁਲਿਸ ਹੈ ਉਹ ਅਜੇ ਤੱਕ ਜਿਹੜੀ ਹੈ ਪਰਮਿਸ਼ਨ ਇਹਨਾਂ ਜਥੇਬੰਦੀਆਂ ਨੂੰ ਨਹੀਂ ਦੇ ਰਹੀ ਲਾਅ ਐਂਡ ਆਰਡਰ ਦਾ ਮਸਲਾ ਦੱਸ ਕੇ। ਸੁਪਰੀਮ ਕੋਰਟ ਪਿੱਛੇ ਹਟ ਚੁੱਕਾ ਹੈ, ਦੂਜੇ ਪਾਸੇ ਪੁਲਿਸ ਨੇ ਪਰਮਿਸ਼ਨ ਦਿੱਤੀ ਨਹੀਂ ਹੈ। 2-3 ਬੈਠਕਾਂ ਦਾ ਦੌਰ ਹੋ ਚੁੱਕਾ ਕਿਸਾਨ ਜਥੇਬੰਦੀਆਂ ਦੇ ਨਾਲ। ਹੁਣ ਮਿਨਿਸਟਰੀ ਆਫ ਹੋਮ ਅਫੇਅਰਸ ਯਾਨੀ ਗ੍ਰਹਿ ਮੰਤਰਾਲੇ ਦੇ ਕੋਲ ਮਾਮਲਾ ਪਹੁੰਚ ਗਿਆ। ਗ੍ਰਹਿ ਮੰਤਰਾਲੇ ਦੇ ਮੰਤਰੀ ਕੌਣ ਨੇ? ਗ੍ਰਹਿ ਮੰਤਰੀ ਯਾਨੀ ਅਮਿਤ ਸ਼ਾਹ ਦੇ ਨਾਲ ਕਿਸਾਨ ਜਥੇਬੰਦੀਆਂ ਪਹਿਲੇ ਹੀ ਬੈਠਕਾਂ ਕਰ ਚੁੱਕੀਆਂ ਨੇ। ਅਮਿਤ ਸ਼ਾਹ ਦੇ ਵੱਲੋਂ ਅਜੇ ਤੱਕ ਕੋਈ ਪੱਤੇ ਨਹੀਂ ਖੋਲੇ ਗਏ। ਹੁਣ ਇੱਥੇ ਵੀ ਦੋ ਚੀਜ਼ਾਂ ਦਿਖਾਈ ਦਿੰਦੀਆਂ, ਜਿਸ ਤਰੀਕੇ ਦਾ ਪ੍ਰੈਸ਼ਰ ਦਿੱਲੀ ਪੁਲਿਸ ਦੇ ਉੱਪਰ ਹੈਗਾ, ਕੇਂਦਰ ਸਰਕਾਰ ਦੇ ਉੱਪਰ ਹੈਗਾ। ਇੱਕ ਆਪਸ਼ਨ ਤਾਂ ਹੈ ਕਿ ਸਰਕਾਰ ਨੂੰ ਇਹ ਪਰਮਿਸ਼ਨ ਸ਼ਾਇਦ ਦੇਣੀ ਪਵੇ। ਉਸ ਦੇ ਪਿੱਛੇ ਕਾਰਨ ਇਹ ਹੈ ਕਿ ਜਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਤੇ ਪਹੁੰਚਣਗੇ ਤੇ ਦਿੱਲੀ ਐਂਟਰ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਦਿੱਲੀ ਪੁਲਿਸ ਉਹਨਾਂ ਨੂੰ ਕਿਵੇਂ ਰੋਕ ਪਾਏਗੀ? ਕਿਉਂਕਿ ਅਗਰ ਉੱਥੇ ਬਲ ਦਾ ਪ੍ਰਯੋਗ ਹੁੰਦਾ ਹੈ, ਵਾਇਲੈਂਸ ਹੁੰਦੀ ਹੈ, ਤੇ ਦੁਨੀਆ ਦੇ ਵਿੱਚ ਉਸੇ ਦਿਨ ਜਿਹੜੀ ਹੈ ਸਰਕਾਰ ਦੀ ਛਵੀ ਮਾੜੀ ਹੋਏਗੀ। ਉਹ ਜਿਹੜੀ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਏਗਾ, ਉਹ ਭਾਰਤ ਸਰਕਾਰ ਦਾ ਨੈਗੇਟਿਵ ਜਾਏਗਾ। ਤੇ ਹੁਣ ਜੇ ਪਰਮਿਸ਼ਨ ਦਿੱਤੀ ਜਾਂਦੀ ਹੈ ਤੇ ਕਿਸਾਨ ਇੱਕ ਵਧੀਆ ਰੋਡ ਸ਼ੋਅ ਕੱਢ ਲੈਂਦੇ ਨੇ, ਕਿਸਾਨ ਪਰੇਡ ਕੱਢ ਲੈਂਦੇ ਨੇ, ਤਾਂ ਵੀ ਸਰਕਾਰ ਪ੍ਰੈਸ਼ਰ ਦੇ ਵਿੱਚ ਹੈ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ 'ਚ ਮੈਸੇਜ ਜਾਏਗਾ ਕਿ ਕਿਸਾਨ ਬਹੁਤ ਹੀ ਚੰਗੇ ਨੇ, ਇਹ ਤਾਂ ਵਧੀਆ ਤਰੀਕੇ ਦੇ ਨਾਲ ਆਪਣੀ ਪਰੇਡ ਕਰਕੇ ਵਾਪਸ ਆਪਣੇ ਬਾਰਡਰ ਤੇ ਜਾ ਕੇ ਬੈਠ ਗਏ। ਤੇ ਇਹ ਵੀ ਦਬਾਅ ਸਰਕਾਰ ਤੇ ਹੈ। ਇੱਕ ਤੀਜਾ ਆਪਸ਼ਨ ਜਿਹੜਾ ਸਰਕਾਰ ਦੇ ਮਨ 'ਚ ਇਹ ਹੈਗਾ, ਜਿਹੜਾ ਉਹਨਾਂ ਦੇ ਮਨ ਦੇ ਵਿੱਚ ਬਾਰ-ਬਾਰ ਉਹਨਾਂ ਨੂੰ ਅੰਦਰੋਂ ਵੱਢ ਰਿਹਾ, ਉਹ ਇਹੀ ਹੈ ਕਿ ਜੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਤੇ ਕਿਸਾਨ ਜਥੇਬੰਦੀਆਂ ਦਿੱਲੀ 'ਚ ਐਂਟਰ ਕਰ ਗਈਆਂ, ਦਿੱਲੀ ਦੇ ਆਊਟਰ ਰਿੰਗ ਰੋਡ ਤੱਕ ਪਹੁੰਚ ਗਈਆਂ, ਤੇ ਫਿਰ ਵਾਪਸ ਜਾਣ ਨਾ ਜਾਣ ਉਸ ਦੀ ਕੀ ਗਾਰੰਟੀ ਹੈ? ਕਿ ਦਿੱਲੀ ਤਾਂ ਨਹੀਂ ਜਾਮ ਹੋ ਜਾਏਗਾ, ਕਿ ਦਿੱਲੀ ਚੌਕ ਤਾਂ ਨਹੀਂ ਹੋ ਜਾਏਗਾ? ਇਹ ਬਹੁਤ ਵੱਡਾ ਸਵਾਲ ਹੈ। ਇਹ ਵੀ ਸਰਕਾਰ ਨੂੰ ਕਿਤੇ ਨਾ ਕਿਤੇ ਸਤਾ ਰਿਹਾ ਚੀਜ਼। ਤੇ ਹੁਣ ਇਸ ਦੇ ਉੱਪਰ ਵੀ ਸਾਰੇ ਦੀ ਨਿਗਾਹਾਂ ਰਹਿਣਗੀਆਂ ਕਿ ਸਰਕਾਰ ਕੀ ਡਿਸੀਜਨ ਲੈਂਦੀ ਹੈ। ਆਉਣ ਵਾਲੇ ਅਗਲੇ ਵੀਡੀਓ ਦੇ ਵਿੱਚ ਆਪਾਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ। ਸੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ, ਤਾਂ ਕਿ ਪੂਰੀ ਦੁਨੀਆ ਤੱਕ ਇਹ ਮੈਸੇਜ ਜਾ ਸਕੇ। ਛੋਟਾ ਜਿਹਾ ਉਪਰਾਲਾ ਤੁਹਾਡੇ ਨਾਲ ਗੱਲਬਾਤ ਕਰਨ ਦਾ, ਇੱਕ ਸਾਂਝ ਪਾਉਣ ਦਾ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਆਪਾਂ ਆਪਸ ਵਿੱਚ ਗੱਲਬਾਤ ਕਰੀਏ। ਫੇਸਬੁੱਕ, YouTube, ਬਾਕੀ ਜਿਹੜੇ ਆਨਲਾਈਨ ਪਲੇਟਫਾਰਮਸ ਨੇ ਉਹਨਾਂ ਦੇ ਉੱਪਰ ਵੀਡੀਓ ਨੂੰ ਅਸੀਂ ਪੋਸਟ ਕਰਾਂਗੇ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਸ਼ੇਅਰ ਕਰਨਾ, ਇਹੀ ਤੁਹਾਡੇ ਤੋਂ ਅਪੀਲ ਹੈਗੀ ਹੈ। ਰੱਬ ਰਾਖਾ, ਇਜਾਜ਼ਤ ਦਿਓ, ਧੰਨਵਾਦ।